हिंदुस्तान टाइम्स ਦੇ ਬ੍ਰੰਚ ਕਵਰ ਸਟੋਰੀ ਦੇ ਉੱਪਰ ਆ ਚੁੱਕਾ ਹੈ ਦਿਲਾਂ ਦਾ ਹਰ ਤੀਰਥ। ਜੀ ਹਾਂ, ਬ੍ਰੰਚ ਕਵਰ ਸਟੋਰੀ ਦਾ ਹਿੱਸਾ ਬਣ ਚੁੱਕਾ ਹੈ ਹਰ ਤੀਰਥ, ਜਿਸ ਨੂੰ ਕਿਹਾ ਜਾ ਰਿਹਾ ਹੈ ਹਰ ਤੀਰਥ ਆਫ ਹਰਟਸ। 1 ਸਾਲ ਪਹਿਲਾਂ ਹਰਤੀਰਥ ਸਿੰਘ ਨੇ ਨਾ ਸਿਰਫ ਸੈਂਕੜਿਆਂ ਹੀ ਜਾਨਾਂ ਬਚਾਈਆਂ, ਸੰਗੋ ਸੇਵਾ ਦਾ ਸੰਕਲਪ ਸਾਡੇ ਅੰਦਰ ਸਦਾ ਦੇ ਵਾਸਤੇ ਬਿਠਾ ਦਿੱਤਾ। ਇਸ ਤੋਂ ਇਲਾਵਾ ਹਰਤੀਰਥ ਸਿੰਘ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਹੇਮਕੁੰਟ ਫਾਊਂਡੇਸ਼ਨ ਨੇ ਭਾਰਤ ਦੇ 21 ਰਾਜਾਂ ਦੇ ਵਿੱਚ 4 ਲੱਖ ਲੋਕਾਂ ਦੀ ਕੀਤੀ ਹੈ ਸੇਵਾ। ਜੀ ਹਾਂ, ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਦੇ ਬਾਰੇ ਵਿੱਚ ਦੱਸਣ ਲੱਗੇ ਹਾਂ, ਉਸ ਨੂੰ ਹਿੰਦੁਸਤਾਨ ਟਾਈਮਜ਼ ਨੇ ਆਪਣੀ ਬ੍ਰੰਚ ਕਵਰ ਸਟੋਰੀ ਦੇ ਉੱਪਰ ਜਗ੍ਹਾ ਦਿੱਤੀ ਹੈ ਅਤੇ ਇਹ ਜੋ ਸ਼ਖਸ ਹੈ, ਇਸ ਦਾ ਨਾਮ ਹੈ ਹਰਤੀਰਥ ਸਿੰਘ। ਅਤੇ ਹਰਤੀਰਥ ਸਿੰਘ ਨੂੰ ਇਹ ਜੋ ਜਗ੍ਹਾ ਮਿਲੀ ਹੈ, ਇਹ ਉਸ ਦੇ ਵੱਲੋਂ ਲਏ ਗਏ ਸੇਵਾ ਦੇ ਸੰਕਲਪ ਦੇ ਕਰਕੇ ਹੀ ਮਿਲੀ ਹੈ। ਪਿਆਰੇ ਦਰਸ਼ਕੋ, ਜਿਵੇਂ ਹੀ ਮੈਂ ਮਈ ਦੇ ਆਖਰੀ ਹਫਤੇ ਦੇ ਵਿੱਚ ਕਵਰ ਸਟੋਰੀ ਲਿਖਣ ਬੈਠਦਾ ਹਾਂ, ਮੈਂ ਪਿਛਲੇ ਸਾਲ ਇਹਨਾਂ ਹੀ ਦਿਨਾਂ ਦੇ ਵੱਲ ਮੁੜ ਕੇ ਵਾਪਸ ਆ ਜਾਂਦਾ ਹਾਂ, ਜਦੋਂ ਭਾਰਤ ਕੋਵਿਡ ਦੀ ਭਾਵਨਾਤਮਕ ਤੌਰ ਤੇ ਨਿਕਾਸ ਵਾਲੀ ਦੂਸਰੀ ਲਹਿਰ ਦੇ ਸੰਕਟ ਦੇ ਨਾਲ ਜੂਝ ਰਿਹਾ ਸੀ, ਅਤੇ ਉਹ ਵੀ ਬਹੁਤ ਜ਼ਿਆਦਾ ਬੁਰੇ ਹਾਲਾਤਾਂ ਦੇ ਨਾਲ, ਜਿੱਥੇ ਕਿ ਆਕਸੀਜਨ ਸਿਲੰਡਰਾਂ ਦੀ ਘਾਟ, ਹਸਪਤਾਲ ਦੇ ਬਿਸਤਰਿਆਂ ਦੀ ਘਾਟ ਅਤੇ ਨਾਲ ਹੀ ਡਾਕਟਰੀ ਸਹਾਇਤਾ ਦੀ ਉਡੀਕ ਦੇ ਵਿੱਚ ਕਾਰਾਂ ਦੇ ਵਿੱਚ ਮਰ ਰਹੇ ਲੋਕਾਂ ਦੇ ਦ੍ਰਿਸ਼ ਸੁਰਖੀਆਂ ਦੇ ਵਿੱਚ ਬਣੇ ਹੋਏ ਸੀ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ਦੇ ਉੱਪਰ ਹਜ਼ਾਰਾਂ ਕਹਾਣੀਆਂ ਬਣ ਰਹੀਆਂ। ਆਮ ਤੌਰ ਤੇ ਅਸਲ ਦੁਨੀਆ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਬੇਪਰਵਾਹ ਲੋਕ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਹੀ ਡਿਪੈਂਡ ਕਰਕੇ ਰਹਿ ਗਏ ਸੀ, ਪਰੰਤੂ ਮੈਂ ਉਦੋਂ ਵਿਰਾਮ ਲਿਆ। ਇੰਸਟਾਗ੍ਰਾਮ ਦੀਆਂ ਕਹਾਣੀਆਂ, ਬਿਸਤਰੇ, ਆਕਸੀਜਨ, ਗਾੜਾਪਨ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰਨ ਦੇ ਵਾਸਤੇ ਸਹਾਇਤਾ ਦੀਆਂ ਬੇਨਤੀਆਂ ਕਰਨ ਵਾਲੇ ਲੋਕਾਂ ਦੀਆਂ ਰੀਪੋਸਟਾਂ ਦੇ ਨਾਲ ਭਰੀਆਂ ਪਈਆਂ ਸੀ। ਇਸ ਹਫੜਾ ਦਫੜੀ ਦੇ ਵਿਚਕਾਰ ਇੱਕ ਚਿਹਰਾ ਉੱਭਰਿਆ ਜੋ ਉਮੀਦ ਦੀ ਕਿਰਨ ਬਣ ਗਿਆ। ਹੇਮਕੁੰਟ ਫਾਊਂਡੇਸ਼ਨ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਿੱਖ ਨੌਜਵਾਨ, ਜੀ ਹਾਂ, ਸੁਹਾਵਣੇ ਚਿਹਰੇ ਵਾਲੇ ਸਿੱਖ ਨੇ ਸਕਰੋਲ ਕਰਨਾ ਬੰਦ ਕਰਨ, ਆਵਾਜ਼ ਵਧਾਉਣ, ਸੁਣਨ ਅਤੇ ਵਿਚਾਰ ਕਰਨ ਦੇ ਵਾਸਤੇ ਇੱਕ ਵੀਡੀਓ ਬਣਾਈ, ਜੋ ਕਿ ਆਪਣੇ ਆਪ ਦੀ ਇੱਕ ਬਹੁਤ ਵੱਡੀ ਕਿਰਦਾਰ ਸਾਜ਼ੀ ਦੇ ਵਾਸਤੇ ਕਦਮ ਲਗਾਤਾਰ ਅੱਗੇ ਵਧਾਉਣ ਦੇ ਵਾਸਤੇ ਅੱਗੇ ਆ ਗਿਆ। ਜੀ ਹਾਂ, ਹਰਤੀਰਥ ਦਾ ਕਹਿਣਾ ਹੈ ਕਿ ਤੁਹਾਨੂੰ ਕਿਸੇ NGO, ਕਲੱਬ ਜਾਂ ਸੁਸਾਇਟੀ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ। ਸੇਵਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਫਤ ਵਾਲੇ ਖੇਤਰਾਂ ਦੇ ਵਿੱਚ ਜਾਓ, ਇਹ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਹਰਤੀਰਥ ਸਿੰਘ ਨੇ ਅੱਗੇ ਦੱਸਿਆ ਕਿ ਅਸੀਂ ਸਹਾਇਤਾ ਕਰਨ ਦੇ ਵਾਸਤੇ ਕੀ ਕਰ ਸਕਦੇ ਹਾਂ। ਉਸ ਦੇ ਸ਼ਬਦਾਂ ਨੇ ਸਾਨੂੰ ਸੋਚਣ ਦੇ ਵਾਸਤੇ ਮਜਬੂਰ ਕਰ ਦਿੱਤਾ। ਮੈਂ ਘਰ ਦੇ ਵਿੱਚ ਨਕਾਬ ਪਾ ਕੇ ਬੈਠਾ ਹਾਂ। ਇਹ ਨੌਜਵਾਨ ਕੋਵਿਡ ਕੈਂਪ ਆਖਿਰ ਕਿਵੇਂ ਲਗਾ ਰਿਹਾ ਹੈ ਅਤੇ ਉਹਨਾਂ ਨੂੰ ਆਕਸੀਜਨ ਸਿਲੰਡਰ ਦੇ ਨਾਲ ਲੈਸ ਕਰ ਰਿਹਾ ਹੈ ਕਿ ਉਸ ਨੂੰ ਡਰ ਨਹੀਂ ਹੈ ਕਿ ਉਹ ਬਿਮਾਰ ਹੋ ਜਾਵੇਗਾ। ਅਜਿਹੀਆਂ ਬਹੁਤ ਸਾਰੀਆਂ ਭਾਵਨਾਵਾਂ ਅਤੇ ਉਸ ਤੋਂ ਬਾਅਦ ਹੋਰ ਕਾਰਵਾਈਆਂ ਦੇ ਪ੍ਰੇਰਨਾਕਰਤਾ ਨੂੰ ਮਿਲੋ, ਜਿਸ ਦੀ ਨਿਰੰਤਰ ਸਕਾਰਾਤਮਕਤਾ ਨੇ, ਜੀ ਹਾਂ, ਇਸ ਦੀ ਪੋਜ਼ਿਟਿਵਿਟੀ ਨੇ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਹਨੇਰੇ ਸਮੇਂ ਵਿੱਚੋਂ ਲੰਘਣ ਵਿੱਚ ਸਹਾਇਤਾ ਕੀਤੀ ਅਤੇ ਜਿਨ੍ਹਾਂ ਦੀ ਸਖਤ ਮਿਹਨਤ ਨੇ ਸੈਂਕੜਿਆਂ ਹੀ ਜਾਨਾਂ ਨੂੰ ਆਖਿਰਕਾਰ ਬਚਾ ਲਿਆ। ਇਸ ਤੋਂ ਇਲਾਵਾ ਤੁਹਾਨੂੰ ਹਰਤੀਰਥ ਸਿੰਘ ਦੀ ਜ਼ਿੰਦਗੀ ਦੇ ਬਾਰੇ ਵਿੱਚ ਵੀ ਕੁਝ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਗੁੜਗਾਉਂ ਦੇ ਵਿੱਚ ਜੰਮਿਆ 21ਵੀਂ ਸਦੀ ਦਾ ਇੱਕ ਨਵਾਂ ਨਕੋਰ ਲੜਕਾ, ਅਤੇ ਇਹ ਨੌਜਵਾਨ ਉਸ ਪਰਿਵਾਰ ਵਿੱਚੋਂ ਆਉਂਦਾ ਹੈ ਜਿਸ ਨੇ 2010 ਦੇ ਵਿੱਚ ਹੇਮਕੁੰਟ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ, ਜੋ ਸੇਵਾ ਦੇ ਸਿੱਖ ਸਿਧਾਂਤ, ਸਮਾਜ ਦੀ ਸੇਵਾ ਦੇ ਆਧਾਰ ਦੇ ਉੱਪਰ ਕੰਮ ਕਰਦੇ ਆ ਰਹੇ ਸੀ। ਹਰਤੀਰਥ ਨੂੰ ਕਮਿਊਨਿਟੀ ਡਿਵੈਲਪਮੈਂਟ ਅਫਸਰ ਨਿਯੁਕਤ ਕੀਤਾ ਗਿਆ ਹੈ। ਸਾਡੇ ਲਈ ਇਹ ਇੱਕ ਨਹੀਂ ਪਰ 2 ਸਾਲ ਹੋ ਗਏ ਹਨ। ਅਸੀਂ 2020 ਵਿੱਚ ਜਨਤਾ ਕਰਫਿਊ ਤੋਂ ਬਾਅਦ ਕੰਮ ਕਰ ਰਹੇ ਹਾਂ, ਅਤੇ ਹਰਤੀਰਥ ਨੇ ਇਸ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਵੀ ਕੀਤੀ। ਉਸਨੇ ਕਿਹਾ ਕਿ ਅਸੀਂ ਭਾਰਤ ਦੇ 21 ਤੋਂ ਵੱਧ ਰਾਜਾਂ ਦੇ ਵਿੱਚ 4 ਲੱਖ ਜ਼ਿੰਦਗੀਆਂ ਨੂੰ ਬਚਾਉਣ ਦੇ ਵਾਸਤੇ ਕੋਸ਼ਿਸ਼ ਕੀਤੀ ਹੈ। ਉਹਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੈ ਕਿ ਅਸੀਂ ਜੋ ਵੀ ਕੀਤਾ ਹੈ ਉਸ ਨੂੰ ਮੁਕੰਮਲ ਕਰਨ ਦੇ ਵਿੱਚ ਅਸੀਂ ਖੁਦ ਕਾਬਿਲ ਹੋ ਸਕੇ, ਅਤੇ ਫਿਰ ਚਾਹੇ ਸਾਡੀ ਮਾਨਸਿਕ ਸਿਹਤ ਦੇ ਉੱਪਰ ਕਾਫੀ ਜ਼ਿਆਦਾ ਟੋਲ ਵੀ ਹੋਇਆ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਿਰਪਾ ਕਰਕੇ ਇਸ ਗੱਲ ਦੇ ਉੱਪਰ ਵੀ ਧਿਆਨ ਦਿਓ ਕਿ ਹਰਤੀਰਥ ਸਿੰਘ ਆਪਣੇ ਨਾਮ ਦਾ ਬਿਗੁਲ ਨਹੀਂ ਵਜਾ ਰਿਹਾ। ਕਿਸੇ ਵੀ ਵਿਅਕਤੀ ਨੇ ਜਿਸ ਨੇ ਫਾਊਂਡੇਸ਼ਨ ਨੂੰ ਨਿਰਸਵਾਰਥ ਹੋ ਕੇ ਕੰਮ ਕਰਦੇ ਵੇਖਿਆ ਹੈ, ਉਹ ਇਸ ਗੱਲ ਦੀ ਤਰਜਮਾਨੀ ਨੂੰ ਭਲੀ ਭਾਂਤੀ ਸਮਝਦੇ ਵੀ ਨੇ। ਇਸ ਤੋਂ ਇਲਾਵਾ ਹਰਤੀਰਥ ਸਿੰਘ ਦੱਸਦਾ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਹਨੇਰਿਆਂ ਦੇ ਵਿੱਚ ਵੀ ਕੰਮ ਕਰਦਿਆਂ ਵੇਖਿਆ ਗਿਆ। ਉਹ ਜਾਣਦਾ ਹੈ ਕਿ ਸੰਸਥਾ ਦਾ ਦਿਲ ਅਤੇ ਸਾਡੇ ਨਾਇਕ ਹਰਤੀਰਥ ਦਾ ਦਿਲ ਮਜ਼ਬੂਤੀ ਦੇ ਨਾਲ ਆਪਣੀ ਥਾਂ ਦੇ ਉੱਪਰ ਅੜਿੰਗ ਹੈ, ਅਤੇ ਇਹ ਸਿਰਫ ਸੇਵਾ ਅਤੇ ਸਿਰਫ ਸੇਵਾ ਦੇ ਵਾਸਤੇ ਹੀ ਧੜਕਦਾ ਹੈ। ਹਰਤੀਰਥ ਕਹਿੰਦੇ ਨੇ ਕਿ ਜੇਕਰ ਅਸੀਂ ਹੜ੍ਹ ਪੀੜਤਾਂ ਦੀ ਸਹਾਇਤਾ ਕਰ ਰਹੇ ਹਾਂ ਤਾਂ ਅਸੀਂ ਇਹ ਨਹੀਂ ਪੁੱਛ ਰਹੇ ਕਿ ਉਹ ਕਿਸ ਧਰਮ ਦੇ ਨਾਲ ਸੰਬੰਧਿਤ ਹੈ। ਕੋਵਿਡ ਸਮੇਂ ਦੇ ਵਿੱਚ ਅਸੀਂ ਇੱਕ ਮਨੁੱਖ ਅਤੇ ਉਸ ਦੀਆਂ ਲੋੜਾਂ ਨੂੰ ਵੇਖਿਆ, ਨਾ ਕਿ ਉਸ ਦਾ ਪਿਛੋਕੜ। ਇਸ ਤੋਂ ਇਲਾਵਾ ਹਰਤੀਰਥ ਸਿੰਘ ਨੇ ਅੱਗੇ ਇਹ ਵੀ ਕਿਹਾ ਕਿ ਮੈਂ ਆਪਣੇ ਸਿੱਖ ਭਾਈਚਾਰੇ ਦੀ ਸੇਵਾ ਭਾਵਨਾ ਦੇ ਕਰਕੇ ਹੀ ਅੱਜ ਇੱਥੇ ਮੌਜੂਦ ਹਾਂ। ਉਹਨਾਂ ਕਿਹਾ ਕਿ ਮੇਰਾ ਪਾਲਣ ਪੋਸ਼ਣ ਅਜਿਹੇ ਤਰੀਕਿਆਂ ਦੇ ਨਾਲ ਹੋਇਆ ਹੈ ਕਿ ਜਿੱਥੇ ਕਿ ਦੂਸਰਿਆਂ ਦੀ ਸੇਵਾ ਕਰਨਾ ਪਰਮ ਧਰਮ ਅਤੇ ਪਹਿਲ ਦੇ ਆਧਾਰ ਦੇ ਉੱਪਰ ਪੂਰਕ ਕੰਮ ਮੰਨਿਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਦਿਖਾਉਣਾ ਪਵੇਗਾ ਕਿ ਸਾਨੂੰ ਜ਼ਿੰਦਗੀ ਆਖਿਰ ਕਿਵੇਂ ਜੀਣੀ ਚਾਹੀਦੀ ਹੈ, ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਕਿ ਕਿਵੇਂ ਮਰਨਾ ਹੈ, ਅਤੇ ਇਸ ਤਰ੍ਹਾਂ ਮਰੋ ਕਿ ਲੋਕ ਤੁਹਾਨੂੰ ਤੁਹਾਡੀ ਵਿਰਾਸਤ ਦੇ ਵਾਸਤੇ ਯਾਦ ਰੱਖਣ।
परंतु इस दे नाल ही हरतीरथ ने यह भी कहा कि यह असल दे विच श्री गुरु ग्रंथ साहिब जी दी बाणी दे विच दर्ज है। इसलिए ਅਸੀਂ जो काम करते हैं उसका पूरा सहरा साडे सभ्याचार ਅਤੇ ਸਾਡੇ ਪਾਲਣ ਪੋਸ਼ਣ ਦੇ ਤਰੀਕੇ ਨੂੰ ਹੀ ਜਾਂਦਾ ਹੈ। ਉਸਨੇ ਕਿਹਾ ਕਿ ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਪੋਚਾ ਮਾਰਨ ਦੇ ਵਾਸਤੇ ਕਿਹਾ ਗਿਆ ਅਤੇ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਕਰਦਾ ਸੀ ਕਿ ਮੈਨੂੰ ਅਜਿਹਾ ਕਿਉਂ ਕਰਨਾ ਚਾਹੀਦਾ ਹੈ, ਪਰੰਤੂ ਹੁਣ ਅੱਜ ਮੈਨੂੰ ਪਤਾ ਹੈ ਕਿ ਮੈਂ ਉਹ ਕੰਮ ਕਿਉਂ ਕੀਤਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹਰਤੀਰਥ ਦੇ ਕੋਲ ਪਿਛਲੇ ਸਾਲ ਦੇ ਅਜ਼ਮਾਇਸ਼ੀ ਸਮਿਆਂ ਤੋਂ ਸਾਂਝੀਆਂ ਕਰਨ ਦੇ ਵਾਸਤੇ ਉਦਾਰਤਾ ਅਤੇ ਪਿਆਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ। ਉਸਨੇ ਕਿਹਾ ਕਿ ਜਦੋਂ ਅਸੀਂ ਆਪਣੇ ਆਕਸੀਜਨ ਸੈਂਟਰ ਦੇ ਨੇੜੇ ਇੱਕ ਕੰਟੇਨਰ ਦੇ ਅੰਦਰ ਇੱਕ ਅਸਥਾਈ ਦਫ਼ਤਰ ਬਣਾਇਆ ਤਾਂ ਸਾਡੇ ਇੱਕ ਵਲੰਟੀਅਰ ਨੇ ਆਪਣੇ ਘਰ ਦੇ ਵਿੱਚ ਲਗਾਇਆ 에ਅਰ ਕੰਡੀਸ਼ਨਰ ਉਤਾਰਿਆ, ਸਾਡੇ ਕੋਲ ਲਿਆਇਆ ਅਤੇ ਕਿਹਾ ਗਰਮੀ ਵਿੱਚ ਬੈਠਣ ਦਾ ਕੀ ਮਤਲਬ ਹੈ, ਆਖਿਰ ਤੁਹਾਡਾ ਧਿਆਨ ਰੱਖੇਗਾ ਤਾਂ ਕੌਣ ਰੱਖੇਗਾ। ਅਤੇ ਉਸ ਦੀਆਂ ਇਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਹਰਤੀਰਥ ਦੀਆਂ ਅੱਖਾਂ ਦੇ ਵਿੱਚ ਹੰਝੂ ਵਹਿ ਤੁਰਦੇ ਨੇ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਫਾਊਂਡੇਸ਼ਨ ਦੇ ਕੰਮ ਨੂੰ ਵੇਖ ਕੇ ਕਈ ਮਸ਼ਹੂਰ ਹਸਤੀਆਂ, ਪ੍ਰਵਾਸੀ ਭਾਰਤੀਆਂ ਅਤੇ ਉਦਯੋਗਪਤੀਆਂ ਨੇ ਮਦਦ ਦੇ ਵਾਸਤੇ ਸਵੈ ਇੱਛਾ ਦੇ ਨਾਲ ਕੰਮ ਕੀਤਾ, ਪਰ ਹਰਤੀਰਥ ਨੂੰ ਸਭ ਤੋਂ ਚੰਗੀ ਤਰ੍ਹਾਂ ਯਾਦ ਹੈ ਜਿਸ ਵਿੱਚ ਇੱਕ ਆਟੋ ਡਰਾਈਵਰ ਸ਼ਾਮਿਲ ਸੀ। ਜੀ ਹਾਂ, ਜਿੱਥੇ ਕਿ ਉਸਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਇੱਕ ਰਿਕਸ਼ਾ ਡਰਾਈਵਰ ਸਾਡੇ ਆਕਸੀਜਨ ਸੈਂਟਰ ਦੇ ਵਿੱਚ ਆਇਆ ਅਤੇ ਅਸੀਂ ਉਸ ਨੂੰ ਆਕਸੀਜਨ ਦਿੱਤੀ ਜਿਵੇਂ ਅਸੀਂ ਕਿਸੇ ਹੋਰ ਮਰੀਜ਼ ਨੂੰ ਦਿਆ ਕਰਦੇ ਸੀ। ਉਹ 5 ਦਿਨ ਠਹਿਰਿਆ ਅਤੇ ਸਾਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸਦੇ ਕੋਲ ਜਾਣ ਦੇ ਵਾਸਤੇ ਕੋਈ ਸਥਾਨ ਹੀ ਨਹੀਂ ਸੀ। ਅਸਲ ਵਿੱਚ ਉਹ ਕਮਾਈ ਨਹੀਂ ਕਰ ਰਿਹਾ ਸੀ ਅਤੇ ਉਹ ਭੋਜਨ ਅਤੇ ਨਾਲ ਹੀ ਦੇਖਭਾਲ ਜੋ ਅਸੀਂ ਪ੍ਰਦਾਨ ਕਰ ਰਹੇ ਸੀ ਉਸਦੇ ਠੀਕ ਹੋਣ ਦਾ ਸਹਾਰਾ ਬਣ ਗਿਆ। ਹਰਤੀਰਥ ਦਾ ਕਹਿਣਾ ਹੈ ਕਿ ਉਹ ਇਸ ਪਹਿਚਾਣ ਤੋਂ ਪ੍ਰਭਾਵਿਤ ਮਹਿਸੂਸ ਕਰਦਾ ਹੈ, ਪਰ ਉਹ ਜਾਣਦਾ ਹੈ ਕਿ ਉਹ ਸੇਵਾ ਕਰਨ ਵਾਲਾ ਸਿਰਫ ਇੱਕ ਆਮ ਇਨਸਾਨ ਹੈ ਜੋ ਕਿ ਆਪਣੇ ਸੇਵਾ ਦੇ ਸੰਕਲਪ ਨੂੰ ਅੱਗੇ ਵਧਾਉਣ ਦੇ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਅਖੀਰ ਦੇ ਵਿੱਚ ਹਰਤੀਰਥ ਨੇ ਇਹ ਕਹਿੰਦੇ ਹੋਏ ਗੱਲ ਮੁਕੰਮਲ ਕੀਤੀ ਕਿ ਇਹ ਉਹ ਥਾਂ ਨਹੀਂ ਹੈ ਜਿੱਥੇ ਕਹਾਣੀ ਪੂਰੀ ਹੁੰਦੀ ਹੈ, ਕਹਾਣੀ ਤਾਂ ਬਲਕਿ ਹਾਲੇ ਸ਼ੁਰੂ ਹੋਵੇਗੀ ਅਤੇ ਸ਼ੁਰੂ ਵੀ ਇਸ ਅੰਦਾਜ਼ ਵਿੱਚ ਹੋਵੇਗੀ ਕਿ ਅਸੀਂ ਦੁਨੀਆ ਭਰ ਦੇ ਹਰੇਕ ਜ਼ਰੂਰਤਮੰਦ ਦੀ ਜ਼ਰੂਰਤ ਨੂੰ ਮੁਕੰਮਲ ਕਰਨ ਦੇ ਵਾਸਤੇ ਲਗਾਤਾਰ ਕੋਸ਼ਿਸ਼ ਕਰਦੇ ਰਹਾਂਗੇ। ਤਾਂ ਤੁਹਾਨੂੰ ਹਰਤੀਰਥ ਸਿੰਘ ਦੇ ਇਸ ਜੀਵਨ ਦੇ ਫਲਸਫੇ ਦੇ ਬਾਰੇ ਵਿੱਚ ਅਤੇ ਉਸ ਦੇ ਵੱਲੋਂ ਲਏ ਗਏ ਸੇਵਾ ਦੇ ਸੰਕਲਪ ਦੇ ਬਾਰੇ ਵਿੱਚ ਸੋਚ ਕੇ ਕੀ ਮਹਿਸੂਸ ਹੁੰਦਾ ਹੈ, ਇਸ ਦੇ ਬਾਰੇ ਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।